सत श्री अकाल जी। लिविंग इंडिया न्यूज़ देख रहे हो तुसी। मैं हाँ नीलम शर्मा लेके हाजिर हाँ साडी खास पेशकश देश दिस वीक। सब तो पहला गल करांगे G20 दी। भारत ने G20 नू G21 बना के इतिहास रच दिता है। भारत विच हो रहे G20 सम्मेलन विच अफ्रीकी संघ नू G20 विच शामिल किया गया। की है अफ्रीकन यूनियन, क्यों अफ्रीकन यूनियन महत्वपूर्ण है, वेखो इस रिपोर्ट विच। भारत की G20 प्रेसिडेंसी देश के भीतर और देश के बाहर इंक्लूजन का, सबका साथ का प्रतीक बन गई है। भारत में ये पीपल्स G20 बन गया। भारत दी कूटनीतिक जित। चीन दे सामने दिखाई ताकत। अफ्रीकी संघ नू G20 विच कीता शामिल। हुण G20 होया G21। ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਨਵੀਂ ਦਿੱਲੀ ਵਿੱਚ ਹੋ ਰਹੀ G20 ਸੰਮੇਲਨ ਵਿੱਚ ਅਫਰੀਕੀ ਸੰਘ ਨੂੰ G20 ਵਿੱਚ ਸ਼ਾਮਲ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਹ ਪ੍ਰਸਤਾਵ ਰੱਖਿਆ ਜਿਸ ਨੂੰ ਸਾਰੇ ਮੈਂਬਰ ਦੇਸ਼ਾਂ ਨੇ ਸਵੀਕਾਰ ਕਰ ਲਿਆ। ਤਾੜੀਆਂ ਦੀ ਗੂੰਜ ਨਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਫਰੀਕੀ ਸੰਘ ਦੇ ਪ੍ਰਧਾਨ ਅਜ਼ਲੀ ਉਸਮਾਨੀ ਨੂੰ G20 ਮੈਂਬਰ ਦੇਸ਼ਾਂ ਦੇ ਨਾਲ ਸੀਟ ਤੇ ਬਿਠਾਇਆ। ਪ੍ਰਧਾਨ ਮੰਤਰੀ ਮੋਦੀ ਨੇ G20 ਵਿੱਚ ਸ਼ਾਮਲ ਹੋਣ ਤੇ ਅਫਰੀਕੀ ਸੰਘ ਦੇ ਪ੍ਰਧਾਨ ਨੂੰ ਗਲੇ ਲਗਾਇਆ ਅਤੇ ਵਧਾਈ ਦਿੱਤੀ। सम्मेलन विच अपने संबोधन विच पीएम मोदी ने कहा, तुहाडे सारियां दे समर्थन नाल मैं अफ्रीकी संघ नू G20 विच शामिल होण दा सद्दा देंदा हां। सबका साथ की भावना से ही भारत ने प्रस्ताव रखा था कि अफ्रीकन यूनियन को G20 की स्थायी सदस्यता दी जाए। मेरा विश्वास है कि इस प्रस्ताव पर हम सबकी सहमति है। आप सबकी सहमति से आगे की कार्रवाई शुरू करने से पहले मैं अफ्रीकन यूनियन के अध्यक्ष को G20 के स्थायी सदस्य के रूप में अपना स्थान ग्रहण करने के लिए आमंत्रित करता हूं। हुण जानदे हां अफ्रीकी यूनियन है की। ਇਹ 55 ਦੇਸ਼ਾਂ ਦੀ ਇੱਕ ਸੰਸਥਾ ਹੈ। ਇਸ ਨੂੰ ਅਧਿਕਾਰਤ ਤੌਰ ਤੇ 2002 ਵਿੱਚ ਲਾਂਚ ਕੀਤਾ ਗਿਆ ਸੀ। ਇਹ ਕੁਝ ਹੱਦ ਤੱਕ ਯੂਰੋਪੀਅਨ ਯੂਨੀਅਨ ਵਰਗਾ ਹੈ। ਇਸ ਦਾ ਮਕਸਦ ਅਫਰੀਕੀ ਦੇਸ਼ਾਂ ਅਤੇ ਲੋਕਾਂ ਵਿੱਚ ਏਕਤਾ ਵਧਾਉਣਾ ਹੈ। ਅਫਰੀਕੀ ਸੰਘ ਮਹਾਦੀਪ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਫੈਲਾਉਣ ਲਈ ਵੀ ਕੰਮ ਕਰਦਾ ਹੈ। ਇਸ ਸੰਸਥਾ ਦੇ ਆਗੂ ਵੀ ਸਮੁੱਚੇ ਮਹਾਦੀਪ ਦੇ ਆਰਥਿਕ ਵਿਕਾਸ ਲਈ ਮਿਲ ਕੇ ਕੰਮ ਕਰਦੇ ਹਨ। ਜੇਕਰ ਇੱਕ ਲਾਈਨ ਵਿੱਚ ਕਹੀਏ ਤਾਂ ਇਸ ਦਾ ਉਦੇਸ਼ ਸੁਰੱਖਿਆ ਅਤੇ ਸਥਿਰਤਾ ਸਥਾਪਿਤ ਕਰਕੇ ਅਫਰੀਕੀ ਮਹਾਦੀਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਹੈ। ਹੁਣ ਜਾਣਦੇ ਹਾਂ ਗਲੋਬਲ ਸਾਊਥ ਕੀ ਹੈ। संयुक्त राष्ट्र के मुताबिक अफ्रीका, दक्षिणी अमरीका ਅਤੇ कैरेबियन ਤੇ ਉੱਥੇ ਹੀ ਇਜ਼ਰਾਈਲ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਛੱਡ ਕੇ ਏਸ਼ੀਆ ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਛੱਡ ਕੇ ਓਸ਼ੇਨੀਆ ਦੇ ਦੇਸ਼ਾਂ ਨੂੰ ਗਲੋਬਲ ਸਾਊਥ ਵਜੋਂ ਦੇਖਿਆ ਜਾਂਦਾ ਹੈ। ਇਸ ਖੇਤਰ ਦੇ ਮੁੱਖ ਦੇਸ਼ ਭਾਰਤ, ਚੀਨ ਅਤੇ ਬ੍ਰਾਜ਼ੀਲ ਹਨ। ਇਹੀ ਕਾਰਨ ਹੈ ਕਿ ਗਲੋਬਲ ਸਾਊਥ ਦਾ ਆਗੂ ਬਣਨ ਲਈ
चीन ਅਤੇ ਭਾਰਤ ਵਿਚਾਲੇ ਮੁਕਾਬਲਾ ਹੈ। ਗਲੋਬਲ ਸਾਊਥ ਦੀ ਅਗਵਾਈ ਕਰਨ ਦਾ ਮਤਲਬ ਹੈ ਦੁਨੀਆ ਦੇ ਵੱਡੇ ਹਿੱਸੇ ਤੇ ਪ੍ਰਭਾਵ ਪਾਉਣਾ। ਭਾਰਤ ਬਹੁਤ ਕੁਸ਼ਲਤਾ ਨਾਲ ਗਲੋਬਲ ਸਾਊਥ ਦਾ ਆਗੂ ਬਣਨ ਵੱਲ ਅੱਗੇ ਵਧਿਆ ਹੈ। ਤੇ ਹੁਣ ਜਾਣਦੇ ਹਾਂ ਅਫਰੀਕਨ ਯੂਨੀਅਨ ਮਹੱਤਵਪੂਰਨ ਕਿਉਂ ਹੈ। ਗਲੋਬਲ ਭੂ ਰਾਜਨੀਤੀ ਵਿੱਚ ਅਫਰੀਕੀ ਯੂਨੀਅਨ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਦੁਨੀਆ ਦੇ ਵੱਡੇ ਦੇਸ਼ ਲਗਾਤਾਰ ਅਫਰੀਕਾ ਵਿੱਚ ਨਿਵੇਸ਼ ਕਰਕੇ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਅਫਰੀਕਾ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਦਕਿ ਰੂਸ ਅਫਰੀਕਾ ਦਾ ਸਭ ਤੋਂ ਵੱਡਾ ਹਥਿਆਰ ਨਿਰਯਾਤਕ ਹੈ। ਖਾੜੀ ਦੇਸ਼ ਅਫਰੀਕਾ ਵਿੱਚ ਸਭ ਤੋਂ ਵੱਡੇ ਨਿਵੇਸ਼ਕ ਹਨ। ਤੁਰਕੀ ਦਾ ਸਭ ਤੋਂ ਵੱਡਾ ਫੌਜੀ ਅੱਡਾ ਸੋਮਾਲੀਆ ਵਿੱਚ ਹੈ। ਇਜ਼ਰਾਈਲ ਅਤੇ ਈਰਾਨ ਵੀ ਅਫਰੀਕਾ ਵਿੱਚ ਆਪਣੀ ਪਹੁੰਚ ਵਧਾ ਰਹੇ ਹਨ। ਇਸ ਲਈ G20 ਵਿੱਚ ਅਫਰੀਕੀ ਸੰਘ ਨੂੰ ਸ਼ਾਮਲ ਕਰਨ ਦੀ ਮੰਗ ਉੱਠ ਰਹੀ ਸੀ। ਉਂਝ ਤਾਂ ਭਾਰਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਉਸਨੇ ਚੀਨ ਨੂੰ ਅਫਰੀਕਾ ਵਿੱਚ ਹਰਾਉਣਾ ਹੈ ਤਾਂ ਉਸ ਨੂੰ ਵੱਡੀ ਯੋਜਨਾ ਬਣਾਉਣੀ ਪਵੇਗੀ। ਇਹੀ ਕਾਰਨ ਹੈ ਕਿ G20 ਵਿੱਚ ਅਫਰੀਕੀ ਸੰਘ ਨੂੰ ਸ਼ਾਮਲ ਕਰਨ ਦੀ ਵਕਾਲਤ ਵੀ ਕਰਦਾ ਰਿਹਾ ਤੇ ਹੁਣ ਅਫਰੀਕਨ ਯੂਨੀਅਨ G20 ਦਾ ਸਥਾਈ ਮੈਂਬਰ ਬਣ ਗਿਆ। ਅਜੇ ਵਿੱਚ ਭਾਰਤ ਇਸ ਗੱਲ ਦਾ ਸਿਹਰਾ ਲਵੇਗਾ ਕਿ ਅਫਰੀਕੀ ਸੰਘ ਨੂੰ ਉਸ ਦੀ ਮੇਜ਼ਬਾਨੀ ਵਿੱਚ G20 ਦੀ ਮੈਂਬਰਸ਼ਿਪ ਮਿਲੀ ਹੈ। ਇਸ ਤਰ੍ਹਾਂ ਉਸਨੇ ਆਪਣੀ ਯੋਜਨਾ ਨਾਲ ਚੀਨ ਨੂੰ ਹਰਾਇਆ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਉੱਥੇ ਭਾਰਤ ਮੰਡਪਮ ਵਿੱਚ ਪੰਜਾਬ ਦੀ ਫੁਲਕਾਰੀ ਦੀ ਝਲਕ ਵੀ ਨਜ਼ਰ ਆਈ। ਪਦਮ ਸ਼੍ਰੀ ਅਵਾਰਡ ਲਾਜਵੰਤੀ ਨੇ ਫੁਲਕਾਰੀ ਨੂੰ ਸੁਰਜੀਤ ਰੱਖਣ ਲਈ ਕਿਵੇਂ ਸਖਤ ਮਿਹਨਤ ਕੀਤੀ, ਆਓ ਜਾਣਦੇ ਹਾਂ। मैं जैसे बचपन में 6-1 साल की थी तो मेरी नानी और ये लोग बनाते थे। हम पढ़ाई में तो जाना नहीं चाहते, पीछे छुप के देखते रहते थे। उससे मेरे को ना थोड़ा थोड़ा ऐसे शौक बढ़ा, तो इस कला को मैंने उनसे भी अच्छा करके दिखाया। तो अब मैं क्या करती हूँ, जाके ना गांव जाके जो फ्री होती है और उनको थोड़ा डांट डोट के भी तुम काम करो तो आगे बढ़ोगे, 2 पैसे भी आपको मिलेंगे। तो इससे बढ़ता बढ़ता फिर आपको पहला मेरे को 93 में मिला था नेश अवार्ड, 92 में भी अवार्ड मिला हुआ है शंकर दयाल शर्मा। और मेरा शौक है फुलकारी के ऊपर, जो मैंने बचपन से समझो अपना घर ही पाल रहे हैं। लोगों का भी हमने पंजाब में ये चीजें खत्म हो गई थी, इसको सारे जिंदा करने के लिए तो मैंने पूरा मेहनत करी है। अभी भी जा के मैं करती रहती हूँ। पहले फिर हमारे ना यहाँ एक क्राफ्ट काउंसिल, तो एक गुलशा नंदा थी, तो हमारे है जानने में, तो पटियाले में आई, कहते तुम लोग घर में छुप के बैठोगे तो आगे कैसे बढ़ोगे। मैं क्या हमारा यहाँ ही बिक जाता, कहते निकलो। वो लोग पहले मेरे को ना, मैं एक सैंपल बना रही थी तो वो मेरा डिजाइन सेंटर चंडीगढ़ में दिया, तो उससे मेरे को मेरिट मिला। फिर उसके बाद फिर और दिया तो नशा मिला, फिर और दिया तो मेरे को फर्स्ट इंडिया लेडीज अवार्ड मिला। फिर खादी बनाई तो खादी में अवार्ड मिला। ये फूलों के ऊपर, जैसे फूलों के नाम भी फुलकारी और फूलों के ज्यादा है, तो इसमें इस कला को हम खत्म नहीं करना चाहते। इस कला को जिंदा रखने के लिए तो प्रधानमंत्री ने मेरे को बहुत, मैं तो हंसती हूँ, कई बार मिली हूँ मैं उनको, वो हंसते रहते भी तू हमेशा तेरे को देखते काम में लगी रहती है। मैं कहा सर इसको खत्म नहीं करना, हमने इसको जिंदा रखना। आज मैं घर घर जाके हरियाणा में भी, हरियाणा पंजाब एक ही था, हिमाचल हो गया, हरियाणा हो गया, पंजाब हो गया, अब तो मैं जम्मू तक भी, इधर हरिद्वार के साथ ज्वालापुर हो गया, काफी जगह हरिद्वार हो गया, वहाँ भी लेडीज को सिखा इसको जिंदा रखना, कभी खत्म नहीं होने देना। पहले होता था ना वो खादी बनती थी, उसमें हम ये जो बना हुआ है ना, ये स्पेशल कपड़े के खादी के ऊपर गिन उल्टा साइड से करते हैं हम, और बैक साइड से आता है। तो अब तो पता क्या, जैसे लोगों को शौक है साड़ी, तो साड़ी पे बना देते हैं, सिल्क पे, शिफॉन पे, जो मर्जी कपड़ा हो, सब कपड़ों में चलती है आजकल। तो पहले सिर्फ खादी पे चलती थी। अब ये जो बचपन का ये चीजें हैं, अब खादी, अब तो फिर मेरे को ट्रेनिंग इन्होंने दिया है अपने टेक्सटाइल वालों ने। तो अभी 1 तारीख से ना हमारी ट्रेनिंग सेंटर पटियाला में खुल जाएगा। उन बच्चों को सिखाना जो नशा करते हैं, उनके पास काम नहीं है, उनको जबरदस्ती पकड़ के उनको पैसा भी देते हैं, सीखते भी हैं। गवर्नमेंट पैसा दे रही है, मैं तो नहीं दे रही, गवर्नमेंट दे रही है। ਇਸ ਵੀਕ
ਇੰਡੋਨੇਸ਼ੀਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸੀਅਨ ਸੰਮੇਲਨ ਅਤੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਪੀਐਮ ਨੇ ਕਿਹਾ 21ਵੀਂ ਸਦੀ ਏਸ਼ੀਆ ਨੇ ਇੰਡੋਨੇਸ਼ੀਆ ਦੇ ਜਕਾਰਤਾ ਦੀ, ਜਿੱਥੇ ਜਕਾਰਤਾ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਆਸੀਅਨ ਭਾਰਤ ਸੰਮੇਲਨ ਵਿੱਚ ਪੀਐਮ ਮੋਦੀ ਸ਼ਾਮਲ ਹੋਏ। ਉਹਨਾਂ ਨਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਸਵਾਗਤ ਲਈ ਆਏ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿੱਚ ਬੱਚੇ ਵੀ ਸ਼ਾਮਲ ਸਨ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ। ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਸਾਡਾ ਮੰਤਰ ਹੈ। ਭਾਰਤ ਦੀ ਇੰਡੋ ਪੈਸੀਫਿਕ ਪਹਿਲਕਦਮੀ ਵਿੱਚ ਆਸੀਅਨ ਦਾ ਇੱਕ ਪ੍ਰਮੁੱਖ ਸਥਾਨ ਹੈ। 21वीं सदी एशिया की सदी है, हम सबकी सदी है। इसके लिए आवश्यक है कि हम एक रूल्स बेस्ड पोस्ट कोविड वर्ल्ड ऑर्डर का निर्माण और मानव कल्याण के लिए सबका प्रयास, फ्री और ओपन इंडो पैसिफिक की प्रगति में और ग्लोबल साउथ की आवाज को बुलंद करने में हम सबके साझे हित है। ਪ੍ਰਧਾਨ ਮੰਤਰੀ ਨੇ ਸੰਬੋਧਨ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸਾਜ਼ ਵੀ ਵਜਾਇਆ। ਵਿਦੇਸ਼ ਮੰਤਰਾਲੇ ਦੇ ਮੁਤਾਬਕ 2022 ਤੋਂ ਲੈ ਕੇ 2023 ਤੱਕ ਭਾਰਤ ਅਤੇ ਆਸੀਅਨ ਦੇਸ਼ਾਂ ਵਿਚਕਾਰ 10 ਲੱਖ ਕਰੋੜ ਰੁਪਏ ਦਾ ਵਪਾਰ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ 9 ਆਸੀਅਨ ਸਮਿਟ ਵਿੱਚ ਹਿੱਸਾ ਲੈ ਚੁੱਕੇ ਹਨ। हमारी हिस्ट्री और ज्योग्राफी भारत और आसियान को जोड़ते हैं। साथ ही साझा वैल्यूज, क्षेत्रीय एकता, शांति, समृद्धि और मल्टीपोलर वर्ल्ड में साझा विश्वास भी हमें आपस में जोड़ता है। आसियान भारत की एक्ट ईस्ट पॉलिसी का केंद्रीय स्तंभ है। भारत आसियान सेंट्रलिटी और इंडो पैसिफिक पर आसियान के आउटलुक का पूर्ण समर्थन करता है। भारत के इंडो पैसिफिक इनिशिएटिव में भी आसियान क्षेत्र का ਹੁਣ ਜਾਣਦੇ ਹਾਂ ਕਿ ਆਸੀਅਨ ਵਿੱਚ ਕਿਹੜੇ ਦੇਸ਼ ਸ਼ਾਮਲ ਹਨ। ਮਲੇਸ਼ੀਆ, ਇੰਡੋਨੇਸ਼ੀਆ, ਮਿਆਂਮਾਰ, ਵੀਅਤਨਾਮ, ਕੰਬੋਡੀਆ, ਫਿਲੀਪੀਨਜ਼, ਬਰੂਨਈ, थाईलैंड, लाओस, सिंगापुर। आसियान है कि हुण ਇਹ ਜਾਣਦੇ ਹਾਂ। ਦੱਖਣ ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਇਹ ਐਸੋਸੀਏਸ਼ਨ ਹੈ। ਏਸ਼ੀਆ ਪ੍ਰਸ਼ਾਂਤ ਦੇ ਉੱਤਰ ਬਸਤੀਵਾਦੀ ਰਾਜਾਂ ਵਿੱਚ ਤਣਾਅ ਜਦੋਂ ਵੱਧ ਰਿਹਾ ਸੀ, ਰਾਜਨੀਤਿਕ ਅਤੇ ਸਮਾਜਿਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਇਸ ਦੀ ਸਥਾਪਨਾ ਕੀਤੀ ਗਈ। ਆਖਰ ਆਸੀਅਨ ਦੀ ਮਹੱਤਤਾ ਕੀ ਹੈ, ਇਹ ਜਾਣਨਾ ਬੇहद ਜ਼ਰੂਰੀ ਹੋ ਜਾਂਦਾ ਹੈ। ਆਸੀਅਨ ਭਾਰਤ ਲਈ ਬਹੁਪੱਖੀ ਹੈ। ਇਸ ਵਿੱਚ ਸਿਆਸੀ, ਆਰਥਿਕ, ਰਣਨੀਤਿਕ ਅਤੇ ਸੱਭਿਆਚਾਰਕ ਪਹਿਲੂ ਸ਼ਾਮਲ ਹਨ। ਭਾਰਤ ਦੀ ਵਿਦੇਸ਼ ਨੀਤੀ ਵਿੱਚ ਆਸੀਅਨ ਦੀ ਕੇਂਦਰਤਾ ਹੈ। ਆਸੀਅਨ ਭਾਰਤ ਦੀ ਐਕਟ ਈਸਟ ਨੀਤੀ ਦਾ ਮੁੱਖ ਥੰਮ ਹੈ ਤੇ ਇਸ ਤੋਂ ਇਲਾਵਾ ਇੰਡੋ ਪੈਸੀਫਿਕ ਵਿਜ਼ਨ ਦਾ ਵੀ ਮੁੱਖ ਥੰਮ ਹੈ। ਆਸੀਅਨ ਦਾ ਮੋਟੋ ਹੈ ਇੱਕ ਵਿਜ਼ਨ, ਇੱਕ ਪਛਾਣ, ਇੱਕ ਭਾਈਚਾਰਾ। ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਇਸ ਦਾ ਅਹਿਮ ਭਾਈਵਾਲ ਬਣਾਉਣਾ ਚਾਹੁੰਦੇ ਹਨ। ਹਾਲ ਹੀ ਵਿੱਚ ਚੀਨ ਨੇ ਇੱਕ ਨਕਸ਼ਾ ਜਾਰੀ ਕੀਤਾ ਸੀ ਜਿਸ ਤੇ ਨਾ ਸਿਰਫ ਭਾਰਤ ਸਗੋਂ ਆਸੀਅਨ ਦੇ ਕਈ ਦੇਸ਼ਾਂ ਨੇ ਇਤਰਾਜ਼ ਜਤਾਇਆ ਸੀ। ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ ਅਤੇ ਤਾਈਵਾਨ ਨੇ ਵੀ ਚੀਨ ਦੇ ਵਿਵਾਦਤ ਨਕਸ਼ੇ ਦਾ ਵਿਰੋਧ ਕੀਤਾ ਹੈ। ਨਕਸ਼ੇ ਵਿੱਚ ਚੀਨ ਨੇ ਹੈਨਾਨ ਟਾਪੂ ਦੇ ਦੱਖਣ ਵਿੱਚ 1500 ਕਿਲੋਮੀਟਰ ਤੱਕ ਇੱਕ ਯੂ ਆਕਾਰ ਵਾਲੀ ਰੇਖਾ ਦਿਖਾਈ। ਇਹ ਲਾਈਨ ਵੀਅਤਨਾਮ, ਫਿਲੀਪੀਨਜ਼, ਬਰੂਨਈ ਅਤੇ ਇੰਡੋਨੇਸ਼ੀਆ ਦੇ ਵਿਸ਼ੇਸ਼ ਆਰਥਿਕ ਖੇਤਰਾਂ ਵਿੱਚੋਂ ਲੰਘਦੀ ਹੈ। ਚੀਨ ਦੇ ਇਸ ਨਵੇਂ ਨਕਸ਼ੇ ਵਿੱਚ ਵਧੇਰੇ ਭੂਗੋਲਿਕ ਖੇਤਰ ਨੂੰ ਕਵਰ ਕੀਤਾ ਗਿਆ। ਆਸੀਅਨ ਦੇਸ਼ ਖੇਤਰ ਵਿੱਚ ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕਾ ਅਤੇ ਭਾਰਤ ਦੀ ਮਦਦ ਚਾਹੁੰਦੇ ਹਨ। ਦਰਅਸਲ 1990 ਦੇ ਦਹਾਕੇ ਵਿੱਚ ਆਰਥਿਕ ਸੰਕਟ ਕਾਰਨ ਚੀਨ ਤੇ ਇਹਨਾਂ ਦੇਸ਼ਾਂ ਦੀ ਨਿਰਭਰਤਾ ਕਾਫੀ ਵੱਧ ਗਈ ਸੀ। ਭਾਰਤ ਨੇ ਪਿਛਲੇ ਸਾਲ ਹੀ ਆਸੀਅਨ ਦੇਸ਼ਾਂ ਨਾਲ ਵਿਆਪਕ ਰਣਨੀਤਕ ਭਾਈਵਾਲੀ ਤੇ ਦਸਤਖਤ ਕੀਤੇ ਸਨ। ਇਸ ਕਾਰਨ ਪੀਐਮ ਮੋਦੀ ਦਾ ਇਹ ਦੌਰਾ ਬੇहद ਮਹੱਤਵਪੂਰਨ ਹੈ। ਦਰਅਸਲ ਵਿਆਪਕ ਰਣਨੀਤਕ ਭਾਈਵਾਲੀ ਤੋਂ ਬਾਅਦ ਦੁਵੱਲੇ ਸਬੰਧ ਹੋਰ ਮਜ਼ਬੂਤ ਹੁੰਦੇ ਹਨ। ਇਸ ਤਹਿਤ ਰੱਖਿਆ, ਆਰਥਿਕ ਅਤੇ ਤਕਨੀਕੀ ਹਿੱਤਾਂ ਨੂੰ ਵਧਾਉਣ ਲਈ ਮਿਲ ਕੇ ਕੰਮ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਭਾਰਤ ਇਸ ਖੇਤਰ ਵਿੱਚ ਚੀਨ ਦਾ ਮੁਕਾਬਲਾ ਕਰਨ ਲਈ ਆਸੀਅਨ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰ ਰਿਹਾ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।
ਤੇ ਚੰਨ ਤੇ ਵਿਕਰਮ ਅਤੇ ਰੋਵਰ ਸਲੀਪ ਮੋਡ ਵਿੱਚ ਚਲੇ ਗਏ ਹਨ। ਚੰਦਰਯਾਨ 3 ਮਿਸ਼ਨ ਸਿਰਫ 14 ਦਿਨਾਂ ਲਈ ਹੈ, ਇਸ ਲਈ ਕਿਉਂਕਿ ਚੰਦਰਮਾ ਤੇ 14 ਦਿਨ ਰਾਤ ਤੇ 14 ਦਿਨ ਰੋਸ਼ਨੀ ਹੁੰਦੀ ਹੈ। ਉਮੀਦ ਹੈ ਕਿ ਇਹ 22 ਸਤੰਬਰ ਤੋਂ ਕੰਮ ਕਰਨਾ ਮੁੜ ਤੋਂ ਸ਼ੁਰੂ ਕਰ ਦੇਣਗੇ। ਵੇਖੋ ਚੰਦਰਯਾਨ 3 ਨਾਲ जुड़े खास अपडेट्स। चंद ते विक्रम दी दूजी लैंडिंग। विक्रम अते रोवर गए स्लीप मोड विच। रोवर ने शिव शक्ति लैंडिंग पॉइंट तो 100 मीटर की दूरी की तय। प्रज्ञान रोवर ने 4 मीटर का क्रेटर देख के बदलिया रास्ता। सतह ते लगभग 50 डिग्री तो वध तापमान। चंद्रयान 3 तो हुण तक दे की अपडेट जानो इस रिपोर्ट विच। चंद्रयान 3 दे होप टेस्ट ने इसरो दे भविख दे मनुखी मिशनां दी समर्था दी परख कीती है। उम्मीद तो वध सफलता हासिल करन तो बाद चंद्रयान 3 दे सारे पेलोड स्लीप मोड विच चले गए हन। चंद ते विक्रम लैंडर स्लीप मोड विच चला गया। इसरो ने यह जानकारी दी है। पहला पेलोड चास्ते रंबा LP अते एल्सा ने नवी थां ते काम कीता ते धरती ते डाटा भेजिया। हुण पेलोड भी बंद कर दिते गए हन। हालांकि लैंडर दे रिसीवर कार्यशील हन। उम्मीद है कि विक्रम 22 सितंबर नूं मुड़ तो काम शुरू कर देवेगा। चंद ते विक्रम दी दूजी लैंडिंग हुई है। चंद्रयान 3 मिशन दा विक्रम लैंडर चंद्रमा दी सतह ते मुड़ तो उतरिया। इसरो ने कहा कि लैंडर नूं 40 सेंटीमीटर उच्चा किया गया ते 30 तो 40 सेंटीमीटर की दूरी ते सुरक्षित लैंड किया गया। इस नूं होप एक्सपेरिमेंट यानी कि जंप टेस्ट कहा जाता है। इस दौरान लैंडर ने इंजन चालू कर दिता, रैंप नूं दोबारा खोलिया अते बंद किया। मुड़ तो सफल लैंडिंग तो बाद सारे यंत्रां नूं पहला वांग रीसैट किया गया सी। इसरो ने कहा कि यह प्रयोग 3 सितंबर नूं कीता गया सी। इस दा उद्देश्य भविख दे संचालन नूं यकीनी बनाउणा अते नमूने दी वापसी लई नवी उम्मीद देना है। इस तो पहला 2 सितंबर नूं इसरो ने कहा सी कि प्रज्ञान रोवर ने अपना काम पूरा कर लिया है। यह हुण सुरक्षित ढंग नाल पार्क किया गया अते स्लीप मोड विच सेट किया गया है। दोवें पेलोड AP एक्सेस अते LIBS ऑनबोर्ड हुण बंद कर दिते गए हैं। इन्हां पेलोडां तो डाटा लैंडर राही धरती ते प्रसारित किया गया है। बैटरी भी पूरी तरह चार्ज हुंदी है। रोवर नूं इस दिशा विच रखिया गया है कि जदों 22 सितंबर नूं चंद ते अगला सूरज चढ़ेगा तां सूरज दी रोशनी सोलर पैनलों ते पवे। इस दा रिसीवर भी स्टार्ट रखिया गया है। उम्मीद है ये 22 सितंबर नूं मुड़ तो काम करना शुरू कर देवेगा। चंद्रयान 3 मिशन सिर्फ 14 दिनां लई है। ये इसलिए है क्योंकि चंद ते 14 दिन रात अते 14 दिन रोशनी रहिंदी है। रोवर लैंडर सूरज की रोशनी विच बिजली पैदा कर सकता है, पर जदों रात पै जाती है तां बिजली उत्पादन की प्रक्रिया रुक जाती है। बिजली उत्पादन ना होने ते इलैक्ट्रॉनिक्स हड चीर भी ठंड नूं झल्लण दे योग नहीं होवेगा अते खराब हो जाएगा। इस तो पहला इसरो ने दस्सिया सी कि रोवर ने शिव शक्ति लैंडिंग पॉइंट तो 100 मीटर की दूरी तय की है। लैंडर अते रोवर विचकार दूरी का ग्राफ भी साझा किया गया सी। विक्रम लैंडर 23 अगस्त नूं चंद ते उतारिया गया सी। रोवर ने यह दूरी 10 दिनों विच पूरी की थी। 6 पहियां वाले प्रज्ञान रोवर का भार 26 किलोग्राम है। वीरवार सवेरे लैंडिंग के करीब 14 घंटिया बाद इसरो ने रोवर के बाहर निकलने की पुष्टि की थी। ये लैंडर 23 अगस्त नूं शाम 6:04 ते चंद ते उतरिया सी। यह 1 सेंटीमीटर प्रति सेकंड की रफ्तार नाल अगे वधदा है। ते हुण तक चंद्रयान 3 दे की अपडेट्स ने ओह तुहानूं दसदे हां। ILSA पेलोड ने चंद की सतह ते भूचाल रिकॉर्ड किया। 31 अगस्त नूं इसरो ने रिपोर्ट दी कि चंद्रयान 3 दे विक्रम लैंडर ते माउंट किए इंस्ट्रूमेंट ऑफ लूनर सेस्मिक एक्टिविटी ILSA पेलोड ने चंद की सतह ते भूचाल की कुदरती घटना नूं रिकॉर्ड किया है। यह भूचाल 26 अगस्त नूं आया सी। इसरो ने कहा कि भूचाल के स्रोत की जांच जारी है।
ਪੇਲੋਡ ਨੇ ਚੰਨ ਤੇ ਗੰਧਕ ਦੀ ਪੁਸ਼ਟੀ ਕੀਤੀ। 28 ਅਗਸਤ ਨੂੰ ਭੇਜੇ ਗਏ ਦੂਜੇ ਨਿਰੀਖਣ ਵਿੱਚ ਚੰਨ ਦੇ ਦੱਖਣੀ ਧਰੁਵ ਤੇ ਸਲਫਰ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ ਦੀ ਮੌਜੂਦਗੀ ਦਾ ਵੀ ਪਤਾ ਲਗਾਇਆ ਗਿਆ ਹੈ। ਸਤਹ ਤੇ ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਵੀ ਹਨ। ਹਾਈਡਰੋਜਨ ਦੀ ਖੋਜ ਜਾਰੀ ਹੈ। प्रज्ञान रोवर ने 4 मीटर का क्रेटर देख के रास्ता बदल लिया। 27 अगस्त ਨੂੰ रोवर प्रज्ञान ਦੇ ਸਾਹਮਣੇ 4 मीटर व्यास ਦਾ क्रेटर आ गया। ਇਹ ਟੋਆ ਰੋਵਰ ਦੇ ਟਿਕਾਣੇ ਤੋਂ 3 ਮੀਟਰ ਅੱਗੇ ਸੀ। ਅਜੇ ਵਿੱਚ ਰੋਵਰ ਨੂੰ ਰਸਤਾ ਬਦਲਣ ਦੀ ਕਮਾਂਡ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਪ੍ਰਗਿਆਨ ਕਰੀਬ 100 ਮਿਲੀਮੀਟਰ ਡੂੰਘੇ ਛੋਟੇ ਟੋਏ ਵਿੱਚ ਲੰਘਿਆ ਸੀ। ਚੰਨ ਦੀ ਸਤ੍ਹਾ ਤੇ ਪਲਾਜ਼ਮਾ ਪਾਇਆ ਗਿਆ, ਪਰ ਇਹ ਘੱਟ ਸੰਘਣਾ ਸੀ। ਇਸਰੋ ਨੇ ਦੱਸਿਆ ਕਿ ਚੰਨ ਨਾਲ ਜੁੜੇ ਹਾਈਪਰ ਸੈਂਸਿਟਿਵ ਲੋਨੋਸਫੇਅਰ ਅਤੇ ਵਾਯੂਮੰਡਲ ਲੈਂਗੂਮੇਰ ਪ੍ਰੋਬ ਯਾਨੀ ਕਿ ਰੰਬਾ LP ਦੀ ਰੇਡੀਓ ਐਨਾਟੋਮੀ ਨੇ ਚੰਨ ਦੇ ਦੱਖਣੀ ਧਰੁਵ ਤੇ ਪਲਾਜ਼ਮਾ ਖੋਜਿਆ, ਪਰ ਉਹ ਘੱਟ ਸੰਘਣਾ ਹੈ। ਵਿਕਰਮ ਲੈਂਡਰ ਦਾ ਪਹਿਲਾ ਨਿਰੀਖਣ ਜਦੋਂ ਕੀਤਾ ਗਿਆ ਤਾਂ ਸਤ੍ਹਾ ਤੇ ਲਗਭਗ 50 ਡਿਗਰੀ ਤਾਪਮਾਨ ਸੀ। ਇਸਰੋ ਨੇ ਦੱਸਿਆ ਕਿ ਚੰਦਰਯਾਨ 3 ਦੇ ਵਿਕਰਮ ਲੈਂਡਰ ਵਿੱਚ ਫਿੱਟ ਕੀਤੇ ਚਾਸਤੇ ਪੇਲੋਡ ਨੇ ਚੰਦਰਮਾ ਤੇ ਤਾਪਮਾਨ ਨਾਲ ਸੰਬੰਧਿਤ ਪਹਿਲਾ ਨਿਰੀਖਣ ਭੇਜਿਆ। ਚਾਸਤੇ ਯਾਨੀ ਕਿ ਚੰਨ ਸਰਫੇਸ ਥਰਮੋਫਿਜ਼ੀਕਲ ਪ੍ਰਯੋਗ ਦੇ ਮੁਤਾਬਕ ਚੰਨ ਦੀ ਸਤਹ ਅਤੇ ਵੱਖ-ਵੱਖ ਡੂੰਘਾਈ ਤੇ ਤਾਪਮਾਨ ਵਿੱਚ ਬਹੁਤ ਅੰਤਰ ਹੈ। ਇੱਕ ਬੰਨੇ ਜਿੱਥੇ ਭਾਰਤ ਦਾ ਚੰਦਰਯਾਨ ਮਿਸ਼ਨ ਪੂਰਾ ਹੋਇਆ, ਉੱਥੇ ਹੀ ਸਾਰੀ ਜਾਣਕਾਰੀ ਇਸਰੋ ਨੇ ਸਾਂਝੀ ਕੀਤੀ ਹੈ ਜੋ ਚੰਦਰਯਾਨ 3 ਦੇ ਇਹ ਅਪਡੇਟ ਨੇ। ਤਾਂ ਇੱਕ ਬੰਨੇ ਜਿੱਥੇ ਭਾਰਤ ਦਾ ਚੰਦਰਯਾਨ ਮਿਸ਼ਨ ਪੂਰਾ ਹੋਇਆ, ਉੱਥੇ ਹੀ ਭਾਰਤ ਦੇ ਇੱਕ ਹੋਰ ਮਿਸ਼ਨ ਨੂੰ ਦੁਨੀਆ ਨੇ ਹੈਰਾਨ ਹੋ ਕੇ ਵੇਖਿਆ। ਆਦਿਤਯ L1 ਜੋ 125 ਦਿਨਾਂ ਦੇ ਸਫ਼ਰ ਤੇ ਹੈ। L1 ਪੁਆਇੰਟ ਤੇ ਪਹੁੰਚਣ ਤੇ ਭਾਰਤ ਦਾ ਆਦਿਤਯ L1 ਸੂਰਜ ਦੇ ਰਾਜ਼ ਜਾਣੇਗਾ ਅਤੇ ਧਰਤੀ ਤੇ ਡਾਟਾ ਭੇਜੇਗਾ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਬਹਿਰਾਲ ਦੇਸ਼ ਦਸ ਵੇਖ ਵਿੱਚ ਇਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।